ਗੁਰਬਾਣੀ ਦੇ ਵਿੱਚ ਮਨੁੱਖਤਾ ਦੀ ਸੇਵਾ ਨੂੰ ਸਭ ਤੋਂ ਉੱਤਮ ਅਤੇ ਮਹਾਨ ਸੇਵਾ ਦੱਸਿਆ ਗਿਆ। ਇਸ ਦੇ ਰਾਹ ਉੱਤੇ ਚੱਲਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਮਹਾਮਾਰੀ ਦੇ ਵਿੱਚ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ 7ਵਾਂ ਕੋਵਿਡ ਕੇਅਰ ਸੈਂਟਰ ਜ਼ਿਲ੍ਹਾ ਰੂਪਨਗਰ ਦੇ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਵਿਖੇ ਖੋਲ੍ਹਿਆ ਗਿਆ ਹੈ। ਰੂਪਨਗਰ ਦੇ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਵਿਖੇ ਇਸ ਕੋਵਿਡ ਕੇਅਰ ਸੈਂਟਰ ਦੇ ਵਿੱਚ 25 ਬੈੱਡ ਲਗਾਏ ਗਏ ਨੇ, ਜਿਸ ਵਿੱਚ ਮਾਹਰ ਡਾਕਟਰ ਮਰੀਜ਼ਾਂ ਦੀ ਦੇਖਭਾਲ ਕਰਨਗੇ। ਇਸ ਕੋਵਿਡ ਕੇਅਰ ਸੈਂਟਰ ਦਾ ਉਦਘਾਟਨ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਨਾਲ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਸ਼ਾਮਿਲ ਰਹੇ ਹਨ। ਉਦਘਾਟਨ ਉਪਰੰਤ ਬੀਬੀ ਜਗੀਰ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਕਨ੍ਹਈਆ ਜੀ ਦੇ ਦੱਸੇ ਰਾਹ ਉੱਤੇ ਚੱਲਦੇ ਹੋਏ ਬਿਨਾਂ ਕਿਸੇ ਭੇਦਭਾਵ ਤੋਂ ਸੂਬੇ ਦੇ ਵਿੱਚ 7 ਕੋਵਿਡ ਕੇਅਰ ਸੈਂਟਰ ਖੋਲ੍ਹੇ ਗਏ ਨੇ, ਜਿਨ੍ਹਾਂ ਦੇ ਵਿੱਚ ਹਰ ਧਰਮ ਜਾਤ ਦੇ ਵਿਅਕਤੀ ਦਾ ਮੁਫਤ ਇਲਾਜ ਅਤੇ ਖਾਣਾ ਪਾਣੀ ਕੀਤਾ ਜਾਏਗਾ। ਹੋਰ ਅੱਗੇ ਉਹਨਾਂ ਕੀ ਕਿਹਾ, ਆਓ ਜਾਣ ਲੈਂਦੇ ਹਾਂ। ਰੂਪਨਗਰ ਤੋਂ ਸੱਜਣ ਸਿੰਘ ਸੈਣੀ ਦੀ ਜ਼ੀਰੋ ਲਾਈਨ ਟੀਵੀ ਦੇ ਲਈ ਰਿਪੋਰਟ। ਅੱਜ ਸਾਰੇ ਸੰਸਾਰ ਵਿੱਚ ਇੱਕ ਬਹੁਤ ਹੀ ਭਿਆਨਕ ਜੋ ਬਿਮਾਰੀ ਚੱਲੀ ਹੈ, ਬੜੀ ਦਹਿਸ਼ਤ ਅਤੇ ਬੜੀ ਲੋਕਾਂ ਦੇ ਵਿੱਚ ਚਿੰਤਾ ਹੈ। ਅੱਜ ਕਿਸੇ ਵੀ ਦੇਸ਼ ਨੂੰ ਦੇਖ ਲਓ ਤਾਂ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਧ ਭਾਰਤ ਦੇਸ਼ ਜਿਹੜਾ ਇਹਦੇ ਵਿੱਚ ਇਹ ਬਹੁਤ ਵੱਡੀ ਚਿੰਤਾ ਬਣੀ ਹੋਈ ਹੈ। ਖਾਸ ਕਰਕੇ ਪੰਜਾਬ ਦੇ ਹਾਲਾਤ ਬੜੇ ਹੀ ਖਤਰਨਾਕ ਬਣੇ ਹੋਏ ਹੈ। ਲਗਾਤਾਰ ਇਸ ਬਿਮਾਰੀ ਦੇ ਇਲਾਜ ਕਰਨ ਵਾਸਤੇ ਜਿੱਥੇ ਸਾਰੇ ਪੰਥਕ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਮਾਨਯੋਗ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ, ਸਤਿਕਾਰਯੋਗ ਬੈਠੇ ਨੇ ਡਾਕਟਰ ਚੀਮਾ ਸਾਹਿਬ ਸਾਡੇ ਸਾਬਕਾ ਮੰਤਰੀ, ਬਾਕੀ ਸਾਰੇ ਐਗਜ਼ੈਕਟਿਵ ਦੇ ਮੈਂਬਰ ਸਾਹਿਬਾਨ ਲਗਾਤਾਰ ਬੜੀ ਜਦੋਜਹਿਦ ਕਰ ਰਹੇ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਫੀ ਦਿਨਾਂ ਤੋਂ ਲਗਭਗ 1.25 ਸਾਲ ਤੋਂ ਹੀ ਇਸ ਕਰੋਨਾ ਮਹਾਮਾਰੀ ਦਾ ਇਲਾਜ ਕਰਨ ਵਾਸਤੇ ਲੋਕਾਂ ਦੀ ਸੇਵਾ ਵਿੱਚ ਜੁਟੀ ਹੋਈ ਹੈ। ਜਿੱਥੇ ਅਸੀਂ ਪਹਿਲਾਂ ਲਗਾਤਾਰ 1.25 ਸਾਲ ਤੋਂ ਮਰੀਜ਼ਾਂ ਦਾ ਇਲਾਜ ਆਪਣੇ ਧੰਨ ਗੁਰੂ ਰਾਮਦਾਸ ਹਸਪਤਾਲ ਦੇ ਵਿੱਚ ਕਰਦੇ ਆ ਰਹੇ ਹਾਂ, ਹੋਰ ਲੰਗਰਾਂ ਦੀ ਸੇਵਾ ਜਾਂ ਮਾਨਵਤਾ ਦੀ ਸੇਵਾ ਵਿੱਚ ਜੋ ਚਾਹਿਆ, ਜੋ ਕਿਸੇ ਨੂੰ ਲੋੜ ਪਈ ਉਹਦੀ ਸੇਵਾ ਕੀਤੀ। ਅੱਜ ਇਹ 7ਵਾਂ ਜਿਹੜਾ ਸਾਡਾ ਕੋਵਿਡ ਕੇਅਰ ਸੈਂਟਰ ਹੈ, ਉਹ ਇੱਥੇ ਬਹੁਤ ਹੀ ਮਹਾਨ ਧਰਤੀ ਗੁਰਦੁਆਰਾ ਭੱਠਾ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਦੇ ਪਾਤਰ ਇਹ ਪਵਿੱਤਰ ਸਥਾਨ ਦੇ ਉੱਤੇ ਸ਼ੁਰੂ ਕਰਨ ਜਾ ਰਹੇ। ਇਹ ਉਹ ਮਹਾਨ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਜਦੋਂ ਘੋੜੇ ਦੇ ਚਰਨੀ ਪਏ ਤੇ ਤਪਦਾ ਭੱਠਾ ਜਿਹੜਾ ਸੀ ਉਹ ਠੰਡਾ ਹੋ ਗਿਆ। ਸੋ ਮੈਂ ਗੁਰੂ ਦੇ ਚਰਨਾਂ 'ਚ ਅਰਦਾਸ ਕਰਦੀ ਸੱਚੇ ਪਾਤਸ਼ਾਹ, ਤਾਤੀ ਵਾਹ ਨਾ ਲੱਗ ਗਈ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਪਾਈ। ਇਹ ਤੁਹਾਡਾ ਉਹ ਦਰ ਹੈ, ਉਹ ਸਥਾਨ ਹੈ ਜਿੱਥੇ ਤਪਦੇ ਜੇ ਪੱਠੇ ਠੰਡੇ ਹੋ ਗਏ। ਅੱਜ ਤਪਦੇ ਹਿਰਦੇ ਜਿਹੜੇ ਹੈ ਜਾਂ ਦੁਖੀ ਹਿਰਦੇ ਜਿਹੜੇ ਹੈ ਆਪ ਜੀ ਦੇ ਚਰਨਾਂ 'ਚ ਅਰਦਾਸ ਕਰਨ ਵਾਸਤੇ ਪਹੁੰਚੇ ਹੈ। ਅਤੇ ਜੋ ਅਸੀਂ ਕੋਵਿਡ ਕੇਅਰ ਸੈਂਟਰ ਸ਼ੁਰੂ ਕਰਨ ਜਾ ਰਹੇ ਹਾਂ ਉਹਦੇ ਵਿੱਚ ਇਹਨਾਂ ਸਾਰਿਆਂ ਦਾ ਇਲਾਜ ਕਰਨ ਵਾਸਤੇ ਆਪ ਦੇ ਚਰਨਾਂ 'ਚ ਅਰਦਾਸ ਕਰਨ ਲਈ ਇਕੱਤਰ ਹੋਏ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਫਰਜ਼ ਸਮਝਦੀ ਹੈ, ਕਿਉਂਕਿ ਬਹੁਤ ਸਾਰੀਆਂ ਕੁਰਬਾਨੀਆਂ ਤੋਂ ਬਾਅਦ ਸਾਡੇ ਬਜ਼ੁਰਗਾਂ ਦੀ ਜੋ ਸੀਨੇ ਦੀ ਮਿਸ ਸੀ ਉਹਦੀ ਖੁਰਾਕ ਪਈ ਇਸ ਸੰਸਥਾ ਦੇ ਅੰਦਰ, ਉਹਨਾਂ ਦੇ ਜਿਹੜਾ ਖੂਨ ਸੀਗਾ ਉਹਦੇ ਨਾਲ ਸਿੰਜੀ ਗਈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਉਹ ਸਾਰੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਸਿੱਖ ਸਭਾਵਾਂ ਦੀਆਂ ਬਾਕੀ ਸਿੱਖ ਜਥੇਬੰਦੀਆਂ ਦੀਆਂ ਕੁਰਬਾਨੀਆਂ ਜਿਹੜੀਆਂ ਉਹ ਜਾਈ ਨਹੀਂ ਗਈਆਂ। ਜਿੱਥੇ ਮਹੰਤਾਂ ਮਸਲਤਾਂ ਨੂੰ ਕੱਢ ਕੇ ਗੁਰਮਤਿ ਦਾ ਜਿਹੜਾ ਸੀ ਪੈਗਾਮ ਸੀ ਉਹ ਦੇਣ ਵਾਸਤੇ ਇਹ ਸੰਸਥਾ ਤਿਆਰ ਹੋਈ। ਉੱਥੇ ਮਾਨਵਤਾ ਦੀ ਭਲਾਈ ਜਿੱਥੇ ਕਿਤੇ ਲੋੜ ਪਈ ਹੈ ਉੱਥੇ ਜਾ ਕੇ ਕੀਤੀ ਹੈ। ਭਾਵੇਂ ਕਿਤੇ ਸੁਨਾਮੀ ਆ ਗਈ, ਕਿਤੇ ਹੜ੍ਹ ਆ ਗਿਆ, ਕਿਤੇ ਕੋਈ ਕਿਸਮ ਦੀ ਕੋਈ ਤਕਲੀਫ ਆ ਗਈ, ਨੈਚੁਰਲ ਕੈਲਾਮਿਟੀ ਹੋ ਗਈ, ਉਹ ਸਾਰਿਆਂ ਦੇ ਹੱਲ ਕਰਨ ਵਾਸਤੇ ਅੱਗੇ ਹੋ ਕੇ ਤੁਰੀ। ਮੈਂ ਸਮਝਦੀ ਹਾਂ ਕਿ ਅੱਜ ਜਿਹੜੀ ਜਿੱਥੇ ਸਰਕਾਰਾਂ ਫੇਲ ਹੋ ਗਈਆਂ, ਜਿੱਥੇ ਭਾਵੇਂ ਕੋਈ ਕੇਂਦਰ ਸਰਕਾਰ ਹੋਵੇ ਭਾਵੇਂ ਕੋਈ ਸਟੇਟ ਦੀ ਸਰਕਾਰ ਹੋਵੇ, ਅੱਜ ਕਿਸੇ ਵੀ ਹਸਪਤਾਲਾਂ ਵਿੱਚ ਪ੍ਰੋਪਰ ਇਲਾਜ ਨਹੀਂ ਮਿਲ ਰਿਹਾ, ਡਾਕਟਰ ਨਹੀਂ ਮਿਲ ਰਹੇ, ਕਿਤੇ ਵੈਂਟੀਲੇਟਰ ਨਹੀਂ ਮਿਲ ਰਹੇ, ਕਿਤੇ ਆਕਸੀਜਨ ਨਹੀਂ ਮਿਲ ਰਿਹਾ। ਇਹ ਸਾਰੀ ਕਮੀ ਨੂੰ ਦੇਖਦਿਆਂ ਹੋਇਆਂ
कोई 15-20 दिन पहला जो बैठे सा विचार करने वास्ते प्रधान साहब जी ने बेनती की, प्रधान साहब आप सारे की करिए, इन्होंने सारे तजवीज़ दी कि सानू कुछ ना कुछ करना चाहिए। तो हल ये निकलिया कि जे सानू ऑक्सीजन सिलेंडर नहीं मिलते तो कंसनट्रेटर जोड़े कि हवा में ऑक्सीजन पैदा करके मरीज को देणगे। ये भावें वड्डा हस्पताल नहीं, इत्थे कोई ICU नहीं, इत्थे कोई वेंटीलेटर नहीं, इत्थे कोई बड़ा इलाज नहीं किया जा सकता, पर यह मैं कह सकती हाँ घर तो लैके हस्पताल तक का जोड़ा फर्स्ट एड होंगी है, जोड़ा लैवल 1 तो लैवल 2 ऑक्सीजन जिथे 85 तक घटी होंगी है, उन्होंने पूरा करने वास्ते अपना यतन किया जाता है। बड़े असी लगातार 6 सेंटर खोले है, तो सानू इस गल की राहत है कि जोड़े सेंटर खुले है, मेरा ख्याल है जिन्ने भी मरीज़ आए हैं, जे कोई सीरीयस सी उन्होंने हस्पताल वाल तोड़िया, तो जोड़े बाकी इलाज किए सारे के सारे उतो ठीक होकर जा रहे हैं, तो पातशाह शुकराना कर जा रहे। तलवंडी साबो दमदमा साहब तख्त उपर, इस तरह लुधियाना आलमगीर विखे, पलत्थ विखे, या संगरूर विखे नानकियाना साहब गुरुद्वारा, फिरोजपुर विखे, तो कल असी जो खोल के आए हैं मानसा दे विच गुरु नानक साहब जी के कॉलेज का साडा बनया हुआ नाम के उत्ते, उत्थे खोल के आए जिथे प्रधान साहब जी ने सानू लगातार बहुत वड्डियां सुचेत करने की हदायतां भी कीतियां कि कोई कमी ना आ जाए, लंगरां दे प्रबंध अच्छे होण, मरीज़ का ध्यान रखा जाए, दवाई वधिया दी जाए, वैक्सीन जिथे लोड़ है उत्थे लाई जाए। पहला भी असी वैक्सीन फ्री लाई, हुण फिर असी 53 लाख रुपए की वैक्सीन मंगाई है, जल्दी असी अपने पंजाब के लोगों तक जावांगे, हौली हौली करके होर लिया के जिन्नी प्रोवाइड हो उन्नी असी लाई जावांगे। क्योंकि श्रोमणी गुरुद्वारा प्रबंधक कमेटी संगतां दे जो गुरु घर दे विच मत्था टेकदी है, श्रद्धा सत्कार भेंट करती है, 5 रुपए 10 रुपए अपने दसवंध विचों कढ़ के जो उत्थे भेटा दिंदे है उहदे राही चलदी है। तो हमेशा ही कोशिश की है कि जो संगत का तिल फुल है उन्होंने असी सही ढंग नाल वरत के संगत की सेवा कर सकीए, क्योंकि सरबत का भला इस संस्था ने हमेशा मंगिया, मानवता की सेवा करनी इस संस्था का हमेशा काम है। सुख दुख दोए कर कपड़े प्यारे जाए मनुख, ये सुख के दुख मनुख के कपड़े हैं, ये सानू हमेशा ही आते रहते हैं। पर असी ये भी दात तेरी दाता, खेती दुख भूख सदमार, ये भी दात तेरी दाता, जे दुख भी आया ये भी दाते का, जे सुख आया तो भी दाते का। असी उसका शुकराना करके सच्चे पातशाह चरणों च अरदास करनी, सच्चे पातशाह सर्व रोग का औखद नाम, असी बाणी नाल भी जोड़ना, नाम नाल भी जोड़ना, तो जो साड़ियाँ परेशानियाँ आईयां तकलीफा आईयां असी सारे रल के जिन्नी भी इलाके की संगत है, डॉक्टर चीमा साहब जी, सरदार दलजीत सिंह जी चीमा जोड़े साढ़े मंत्री रहे हैं, मैनू इस गल की बड़ी राहत मिली है। मैं इन्होंने बेनती की कि साढ़े को डॉक्टरों की घाट है, हुण असी सेंटर खोलने साढ़े वास्ते औखे होणगे, कहने लगे चिंता ना करो, इन्होंने सारा प्रबंध, क्योंकि उस महकमे में संबंधित है, सारा ज्ञान है, सारा नॉलेज है, इन्होंने इन्नी उस दिन की मेहनत की कि एक डॉक्टर नर्सिस पैरामैडिकल स्टाफ इतों सारा इलाके विचों सहयोग लैके अज जो चले है, बहुत मेहनत करके साड़ा सहयोग दे रहे हैं। मैं समझदी साड़ा सब का काम है, साड़ी सब की ये ड्यूटी है कि असी मानवता की सेवा में हर कोई व्यक्ति अगे आए। सो मैं साढ़े खेड़ा साहब बैठे हैं, दूजे मैंबर साहब बैठे हैं, इन्हें सारे ड्यूटी है कि लंगर कोई कमी ना आए, सेवा कोई कमी ना आए। मैनेजर साहब बाकी सारे सेवादार 24 घंटे तुहाडे कोल ये सेवा डटे रहन। तो मैं धन्यवाद करती अपने डॉक्टर साहबाना का, स्टाफ का, सारे का। देखो नौजवान बच्चे बच्चियां ने, घरां दे लोग अजकल धियां पुत्रों के लागे नहीं जाते, माँ प्यो के लागे नहीं जाते इस बीमारी करके, पर शाबाश बेटा तुसी लगातार दिन रात 6-6 घंटे एक बैच ने ड्यूटी देनी है। तो इन्हां दी देखो तुसी कितनी मेहनत है, कितनी सेवा कि कोरोना मरीजों में जाके उन्हें सेवा करनी। धन्यवाद सारे डॉक्टर्स का, सारे स्टाफ मैंबर्स का। मैं गुरु के चरणों जिथे अरदास करती है, इतने प्रधान साहब जी ने बेनती कराँगी कि प्रधान साहब जितना तुसी पहला भी सानू बहुत अगवाई देंदे आ रहे हो, सेवावां में हिस्सा पाते आ रहे हो, भावें वो कंसनट्रेटर हो, भावें दवाई हो, वैक्सीन हो, तुसी बहुत बड़े सहयोग दे के सानू ये कामयाबी लैन वास्ते तोरिया। मैं बेनती कराँगी कि 2-4 शब्द जरूर तुसी कह के अज संबोधन हो ताकि बच्चे तकड़े होकर सेवा कर सकें। उत्थे श्रोमणी गुरुद्वारा प्रबंधक कमेटी का 7वां
कोविड सेंटर असी 10 दिनों खोलिया। इत्थे 25 बिस्तरियां का हस्पताल है, पूरा हॉल बहुत वधिया इंतजाम डॉक्टर चीमा जी ने किया है। मैं बीबी जगीर कौर जी का धन्यवाद तो करता ही, हर रोज़ करता है। अज मैं डॉक्टर चीमे का भी धन्यवाद करना चाहना, क्योंकि दिन रात डॉक्टर साहब ने बड़ी मेहनत की। ਜਦੋਂ ਦਾ ਪਲਾਨ ਮੈਂ ਕਿ ਸੈਂਟਰ ਖੋਲ੍ਹੇ ਹੈ, ਉਹਨਾਂ ਨੇ ਕਿਹਾ ਕਿ ਇਸ ਇਲਾਕੇ ਵਿੱਚ ਇੱਥੇ ਬੜੀ ਲੋੜ ਹੈ ਅਤੇ ਉਹਨਾਂ ਨੇ ਬੜੀ ਇੰਤਜ਼ਾਮ ਕੀਤੀ। ਅਤੇ ਮੈਂ ਧੰਨਵਾਦੀ ਹਾਂ ਜਿਹੜੇ ਇੱਥੋਂ ਦੀ ਰੋਪੜ ਸ਼ਹਿਰ ਦੇ ਇਲਾਕੇ ਜ਼ਿਲ੍ਹੇ ਦੇ ਆਏ ਨੇ ਜਿਹੜੇ ਡਾਕਟਰਸ ਹੈ, ਉਹਨਾਂ ਦਾ ਬਹੁਤ ਵੱਡਾ ਸਾਥ ਹੈ। ਖਾਸ ਕਰਕੇ ਮੈਂ ਡਾਕਟਰ ਅਜੇ ਜਿੰਦਲ ਜੀ ਰੈਜ਼ੀਡੈਂਟ ਆਏ ਨੇ, डॉक्टर एच एन शर्मा जी रिटायर्ड सिविल सर्जन, डॉक्टर भीम सेन रिटायर्ड एपिडेमिक और एपिडेमिकोलॉजिस्ट, डॉक्टर भानु परमार, तो मेरे को लिस्ट है कि तकरीबन 11-12 डॉक्टर जिन्होंने फैसला कर दिता कि इस सेंटर जाके वो रोज़ इतने सेवा करेंगे। इस सेंटर में सारा कुछ प्रबंध है, दवाइयाँ इतने इंजैक्शन, बड़ी गल है ECG का भी प्रबंध इतने, ECG भी इतने होया करूँगी। जे कोई किसी को कोई हार्ट की प्रॉब्लम है उन्होंने देखने वास्ते इतने होया करेंगे। सो मैं संगत को बेनती करना चाहना, लोगों के विच मैं जो बड़ी गल मैं प्राप्त की है, लोगों का विश्वास पंजाब सरकार से उठ खड़िया। वो सरकारी हस्पताल तो जान तो डर रहे हैं। तो मैं बेनती करता, डर का मतलब नहीं है कि तुम घरे बह जाओ, क्योंकि जो घरे बह के अपना इलाज करने की कोशिश करोगे जाना जाएगियाँ। ऐसी बीमारी है जिथे चंगे डॉक्टर की सलाह लैनी बहुत जरूरी है जो भी तुहानूं कोई तकलीफ होए। पर मैं ज़्यादा तक देखा पंजाब के पिंडां क्योंकि मैं रोज़ ही मेरा हुण काम आई चल रहा है, जिहदे नाल मैं देखा कि लोग घरे बैठे रहते हैं, आंढी गुआंढी को दसते भी नहीं। जो 6-7 दिन टप जाते हैं, जो लैवल ऑक्सीजन का थले डिग पैंदा है, उदों भजते हैं तो उदों बड़ी खतरनाक समा होंदा है एक बंदे को बचाउण दा। मैं तो बेनती करता 60 सेंटर असीं SGPC के खोलते, 2-3 असीं होर खोल देने 3-4 दिनों के अंदर, तो 11 सेंटर है। लिस्ट असीं सेंटरां की TV राਹੀਂ रोज़ दस्सिया करांगे। मैं बेनती करता किसी को भी कोई तकलीफ अपने नेड़े तेड़े पिंड की, जो तुहानूं सरकारी हस्पतालों का विश्वास नहीं है तो थोड़े कोल पैसा भी नहीं है, तुसीं सीधे साडे सेंटरां पहुँचो, सारा कुछ मुफ्त है, सारी सेवा होगी। असीं कोशिश की इत्थे जिहड़े सेंटर चल रहे हैं सेवा भावना नाल चल रहे हैं, कोई पैसे कमाउण वास्ते नहीं, कोई होर वास्ते नहीं, सेवा कमाउण वास्ते चल रहे हैं। तो इस करके मैं डॉक्टर चीमा जी को तो समूची IMA की टीम का फिर तो धन्यवाद करना चाहना। दूजी गल मैं जी मैं गल कहना चाहना है, मैं कहनी नहीं सी क्योंकि यह समा वो गल कहने का नहीं है, पर दुख ना पिछले 15 दिन के मेरे पूरे पंजाब के गेड़े के बाद सारे अलग अलग जिले जाने के बाद मैं एक गल जो कहना चाहना है, जो पंजाब सरकार का एटीट्यूड है, जो पंजाब सरकार की कार्यकारी है, मैं कहना पंजाब सरकार कैप्टन अमरिंदर सिंह बिल्कुल फेल है कोविड की लड़ाई लड़ने वास्ते। ऐ लगता है कि उन्होंने निशाना लड़ाई लड़ना है ही नहीं, क्योंकि जो लड़ाई लड़ना होंदा हालात जो पंजाब च कोई नहीं माड़ी नहीं होनी थी। अज 13,000 लोगों दी जाना चलियां एक महीने, पिछले एक महीने के अंदर 3,000 पंजाबियों की जाना चली गई। जाना बच सकदियां सी जे सरकार मन बना लेंदी। मैं जिवें कि ब्लॉक पर सेंटर खोल देंदी, इन्हां दा प्रबंध कर लेंदी, तो जिहड़े हस्पताल बहुत ज़्यादा पैसे चार्ज कर रहे हैं वो सारे रोक पा देंदी। तो मैं कहना जे फैसला कर देंदी ना कि असीं सारी इलाज मुफ्त करांगे, जिहड़े लोग घरां 'च बैठे हैं डरदे कि उन्हां कोल पैसा है नहीं, वो भी हस्पतालों 'च आ जांदे ते अज जानां बच जांदियां सी। पर मैं अफसोस है 15 दिन हो गए बेनती करते
ਮੁੱਖ ਮੰਤਰੀ ਨੂੰ ਉਹਨਾਂ ਦਾ ਇੱਕ ਬਿਆਨ ਨਹੀਂ ਆਇਆ, ਉਹਨਾਂ ਦੀ ਕੈਬਨਿਟ ਦੇ ਕਿਸੇ ਮੰਤਰੀ ਦਾ ਬਿਆਨ ਨਹੀਂ ਆਇਆ ਕਿ ਅਸੀਂ ਚਲੋ ਆਹ ਕਰਾਂਗੇ। ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਜਿਹੜੇ ਹਾਲਾਤ ਅੱਜ ਪੰਜਾਬ ਦੇ ਆ, ਦੁਕਾਨਾਂ ਬੰਦ ਆ, ਫੈਕਟਰੀਆਂ ਬੰਦ ਆ, ਘਰ ਬੰਦ ਆ, ਕਮਾਉਣ ਦਾ ਸਾਧਨ ਹੈ ਨਹੀਂ। ਜਿਹੜੇ ਟੈਕਸੀ ਵਾਲੇ ਉਹ ਚਲਾ ਨਹੀਂ ਸਕਦੇ ਟੈਕਸੀ, ਤੇ ਹੋਟਲ ਵਾਲੇ ਉਹ ਬੰਦ ਹੈ, ਛੋਟੇ ਦੁਕਾਨਦਾਰ ਉਹ ਬੰਦ ਹੈ। ਤਾਂ ਘੱਟ ਤੋਂ ਘੱਟ ਹੁਣ ਉਹਨਾਂ ਦੇ ਬੋਝ ਬਿਜਲੀ ਦਾ ਤਾਂ ਨਾ ਪਏ, ਹੁਣ ਘਰੇ ਰਹਿਣਾ। ਮੈਂ ਮੁੱਖ ਮੰਤਰੀ ਨੂੰ ਪਿਛਲੇ 15 ਦਿਨ ਤੱਕ ਕਹਿ ਰਿਹਾ ਕਿ ਪੰਜਾਬ ਸਰਕਾਰ ਨੂੰ ਬਿਜਲੀ ਤੇ ਪਾਣੀ ਦੇ ਤੇ ਘਰ ਦੇ ਟੈਕਸਾਂ ਦੇ 6 ਮਹੀਨੇ ਵਾਸਤੇ ਮਾਫ ਕਰ ਦੇਣੇ ਚਾਹੀਦੇ ਆ, ਪਰ ਕੋਈ ਉਹਨਾਂ ਤਰਫੋਂ ਕੋਈ ਗੱਲ ਹੀ ਨਹੀਂ ਆਈ। ਦੂਜੀ ਮੈਂ ਉਹਨਾਂ ਨੂੰ ਗੱਲ ਕੀਤੀ ਹੈ ਕਿ ਤੁਸੀਂ ਜਿਹੜੇ ਬੱਚੇ ਹੈ, ਜਿਨ੍ਹਾਂ ਦੇ ਪਰਿਵਾਰ ਹੀ ਖਤਮ ਹੋ ਗਏ, ਇਕੱਲੇ ਬੱਚੇ ਨਾ ਰੱਖੇ, ਉਹਨਾਂ ਦੀ ਫ੍ਰੀ ਐਜੂਕੇਸ਼ਨ ਹੋਣੀ ਚਾਹੀਦੀ ਹੈ। ਆ ਜਿਹੜੀ ਮੁਫਤ ਟ੍ਰੀਟਮੈਂਟ ਹੋਣੀ ਚਾਹੀਦੀ ਹੈ। ਆ ਜਿਹੜੇ ਪਰਿਵਾਰਾਂ ਦੇ ਕਮਾਉਣ ਵਾਲੇ ਜੀ ਚੱਲਦੇ ਉਹਨਾਂ ਨੂੰ ਪੈਨਸ਼ਨ ਲੱਗਣੀ ਚਾਹੀਦੀ ਹੈ। ਸੋ ਮੈਂ ਕਈ ਬੇਨਤੀਆਂ ਕੀਤੀਆਂ, ਪਰ ਅਫਸੋਸ ਕੋਈ ਇਹਨਾਂ ਨੂੰ ਫਰਕ ਨਹੀਂ ਪੈਂਦਾ। ਰੋਜ਼ ਅਖਬਾਰਾਂ 'ਚ ਮੈਂ ਇੱਕੋ ਇੱਕ ਦੇ ਗੱਲ ਸੁਣ ਰਿਹਾ, ਦੇਖ ਰਹੇ ਹਾਂ, ਲੜਾਈ ਇੱਕ ਦੂਜੇ ਨੂੰ। ਉਹ ਕਹਿੰਦਾ ਉਹ ਇੱਕ ਵਾਰ ਕਰਦਾ, ਦੂਜਾ ਕਾਂਗਰਸੀ ਦੂਜੇ ਦੇ ਵਾਰ ਕਰਦਾ। ਆ ਲੜ ਕੇ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ। ਇਸ ਕਰਕੇ ਮੈਂ ਤਾਂ ਸਾਰੇ ਵਰਕਰਾਂ ਨੂੰ, ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵਰਕਰ ਨੂੰ ਆਹੀ ਬੇਨਤੀ ਕੀਤੀ ਹੈ ਕਿ ਜਿੱਥੇ ਲੋੜ ਹੈ ਉੱਥੇ ਜਨਤਾ ਜਾ ਕੇ ਸਾਥ ਦਿਓ। ਮੈਂ ਜੀ ਫਿਰ ਤੋਂ ਵੱਡੀ ਖੁਸ਼ੀ ਦੀ ਗੱਲ ਕਰਨਾ ਚਾਹੁੰਦਾ, ਅਸੀਂ ਤਕਰੀਬਨ 300 ਆਕਸੀਜਨ ਕੌਨਸਨਟ੍ਰੇਟਰ ਮੰਗਾ ਲਿਆ। ਹੁਣ ਅਸੀਂ ਕਈ ਹਲਕਿਆਂ ਵਿੱਚ ਜਿੱਥੇ ਜ਼ਿਆਦਾ ਪ੍ਰੋਬਲਮ ਹੈ, ਘਰ ਆਕਸੀਜਨ ਕੌਨਸਨਟ੍ਰੇਟਰ ਦੀ ਸੇਵਾ ਵੀ ਸ਼ੁਰੂ ਕਰ ਰਹੇ ਹਾਂ। ਨੈਕਸਟ ਵੇਵ ਦੇ ਵਿੱਚ ਹਫ਼ਤਾ ਦਾ ਅਸੀਂ ਬਣਾਵਾਂਗੇ, ਉਹਦੇ ਬਾਅਦ ਅਸੀਂ ਆਕਸੀਜਨ ਕੌਨਸਨਟ੍ਰੇਟਰ ਜਿਹਨੂੰ ਵਿਚਾਰੇ ਨੂੰ ਘਰੇ ਉਹ ਹਫ਼ਤਾ ਨਹੀਂ ਪਹੁੰਚਦਾ, ਘਰੇ ਇਲਾਜ ਚੱਲ ਰਿਹਾ, ਪਰ ਇੱਕਦਮ ਉਹਦੀ ਆਕਸੀਜਨ ਖਤਮ ਹੋ ਗਈ ਹੈ, ਉੱਥੇ ਇਮੀਡੀਏਟਲੀ ਅਸੀਂ ਉਹਦਾ ਘਰੇ ਹੀ ਭੇਜ ਦਿਆਂਗੇ। ਅਸੀਂ ਟੀਮਾਂ ਬਣਾ ਲਈਆਂ, ਤਕਰੀਬਨ 12-13 ਹਲਕਿਆਂ 'ਚ ਆ ਸ਼੍ਰੋਮਣੀ ਅਕਾਲੀ ਦਲ ਤਰਫੋਂ ਆ ਸੇਵਾ ਸ਼ੁਰੂ ਵੀ ਹੋ ਗਈ ਹੈ। ਬਾਕੀ ਲੰਗਰ ਦੀ ਸੇਵਾ ਜਿਹੜੀ ਸਾਡੀ ਪਾਰਟੀ ਕਰ ਰਹੀ ਹੈ, ਤਕਰੀਬਨ 65 ਹਲਕਿਆਂ 'ਚ ਜਿਹੜੇ ਕੋਵਿਡ ਦੇ ਪਰਿਵਾਰ ਜਿਨ੍ਹਾਂ ਨੂੰ ਘਰੇ ਰੋਟੀ ਨਹੀਂ ਪੱਕ ਰਹੀ ਕਿਉਂਕਿ ਸਾਰੇ ਬਿਮਾਰ ਹੈ, ਉਹਨਾਂ ਘਰਾਂ 'ਚ 65 ਹਲਕਿਆਂ ਅਸੈਂਬਲੀ ਹਲਕਿਆਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਉਹਨਾਂ ਦੇ ਘਰੇ ਜਾ ਕੇ ਲੰਗਰ ਦੇ ਕੇ ਆ ਰਿਹਾ। ਤੇ ਮੈਂ ਵਧਾਈ ਦੇਣਾ ਚਾਹੁੰਦਾ ਡਾਕਟਰ ਚੀਮਾ ਜੀ ਨੂੰ। ਆ ਸੇਵਾ ਸਭ ਤੋਂ ਪਹਿਲੇ ਇਹਨਾਂ ਨੇ ਸ਼ੁਰੂ ਕੀਤੀ, ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੂੰ ਸੇਵਾ ਕਰ ਰਿਹਾ। ਹਰ ਰੋਜ਼ 200-300 ਪਰਿਵਾਰਾਂ ਨੂੰ ਘਰੇ ਬ੍ਰੇਕਫਾਸਟ ਤੋਂ ਲੈ ਕੇ ਲੰਚ ਤੋਂ ਲੈ ਕੇ ਡਿਨਰ ਆ ਭੇਜਦੇ ਆ। ਇੱਕ ਸੇਵਾ ਹੈ। ਇਨਸਾਨ ਔਖੇ ਸਮਾਂ ਜਦੋਂ ਆਉਂਦਾ ਹੈ, ਉਦੋਂ ਸਾਰਿਆਂ ਨੂੰ ਇਕੱਠੇ ਹੋ ਕੇ ਆਪਣੇ ਦੁਸ਼ਮਣੀਆਂ ਨੂੰ ਘਟਾ ਕੇ ਆਪਾਂ ਨੂੰ ਆ ਲੜਾਈ ਲੜਨੀ ਚਾਹੀਦੀ ਹੈ। ਸੋ ਮੈਂ ਫਿਰ ਤੋਂ ਅਖੀਰ ਮੁੱਖ ਮੰਤਰੀ ਬੇਨਤੀ ਕਰਦਾ, ਹਲੇ ਵੀ ਬਿਮਾਰੀ ਦੀ ਆਪਾਂ ਕੋਵਿਡ ਦੀ ਲੜਾਈ ਜੰਗ ਜਿੱਤੀ ਨਹੀਂ ਹੈ, ਹਲੇ ਵੀ ਬੜੀ ਆਪਾਂ ਨੂੰ ਲੜਾਈ ਲੜਨੀ ਪੈਣੀ ਹੈ। ਪਰ ਜੇ ਲੜਨੀ ਹੈ, ਘਰੋਂ ਨਿਕਲੋ, ਆਪਣੇ ਮੰਤਰੀਆਂ ਨੂੰ ਆਪਣੇ ਘਰੋਂ ਕੱਢੋ, ਜ਼ਿਲ੍ਹਿਆਂ ਜਾਣ, ਡਿਸਟ੍ਰਿਕਟ ਦੇ ਹਸਪਤਾਲਾਂ ਨੂੰ ਦੇਖਣ। ਕਿਉਂ ਲੋਕੀ ਡਿਸਟ੍ਰਿਕਟ ਦੇ ਹਸਪਤਾਲਾਂ ਜਾਣ ਤੋਂ ਡਰਦੇ ਆ? ਜੇ ਮੰਤਰੀ ਜਾਣਗੇ ਪਤਾ ਲੱਗੂਗਾ ਉਹਨੂੰ, ਤੇ ਜੇ ਪਤਾ ਲੱਗੂਗਾ ਉਹਦਾ ਇਲਾਜ ਵੀ ਕਰ ਸਕਦੇ ਆ। ਜੇ ਘਰੋਂ ਨਿਕਲਣਾ ਨਹੀਂ, ਤੁਸੀਂ ਇਲਾਜ ਕੀ ਹੋਊਗਾ? ਇਸ ਕਰਕੇ ਮੈਂ ਫਿਰ ਤੋਂ ਬੀਬੀ ਜਗੀਰ ਕੌਰ ਜੀ ਦਾ ਤੇ ਡਾਕਟਰ ਚੀਮਾ ਜੀ ਦਾ ਦਿਲੋਂ ਧੰਨਵਾਦ ਕਰਦਾ, ਜਿਹੜਾ 7ਵਾਂ ਸੈਂਟਰ ਖੋਲ੍ਹਿਆ। ਪਰਮਾਤਮਾ ਮਿਹਰ ਕਰਨ, ਪਰਮਾਤਮਾ ਦੇ ਚਰਨਾਂ 'ਚ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਕਿ ਆ ਬਿਮਾਰੀ ਤੋਂ ਜਲਦੀ ਹੀ ਅਸੀਂ ਜਿੱਤ ਪ੍ਰਾਪਤ ਕਰੀਏ ਤੇ ਵਾਪਸ ਆਪਣੇ ਹਰੇ ਭਰੇ ਪੰਜਾਬ ਵਿੱਚ ਵਾਪਸ ਖੁਸ਼ੀ ਆਉਣ। ਜਿਹੜੇ ਲੋਕ ਇੰਨਾ ਨੁਕਸਾਨ ਪੰਜਾਬ ਦਾ ਹੋ ਗਿਆ, ਦੇਸ਼ ਦਾ ਹੋ ਗਿਆ, ਦੁਨੀਆ ਦਾ ਹੋ ਗਿਆ, ਆਹ ਇੰਜੈਕਸ਼ਨ ਲਾ ਕੇ ਜਾਂ ਹੋਰ ਕੁਛ ਲੈ ਕੇ ਆਪਾਂ ਛੇਤੀ ਜੰਗ ਜਿੱਤ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 3000 ਆਪਣੇ ਪਿਛਲੇ ਮਹੀਨੇ 3000 ਮੌਤਾਂ ਕਿਉਂ ਹੋਈਆਂ? ਕਿਉਂਕਿ ਸਰਕਾਰ ਨੇ ICU 22 ਜ਼ਿਲ੍ਹਿਆਂ ਵਿੱਚੋਂ 17 ਜ਼ਿਲ੍ਹਿਆਂ ਵਿੱਚ ਹੈ ਹੀ ਨਹੀਂ। ਹੁਣ ਲੋਕੀ ਜਦੋਂ ਬਿਮਾਰ ਹੋ ਜਾਂਦੇ ਆ, ਸਿੱਧੇ ਉਹਨਾਂ ਨੂੰ ICU ਜਾਣਾ ਪੈਂਦਾ ਹੈ। ਇੱਥੇ ਕੋਈ ਇੰਤਜ਼ਾਮ ਹੈ ਨਹੀਂ। ਤਾਂ 3000 ਮੌਤਾਂ ਪਿਛਲੇ ਮਹੀਨੇ ਹੋਈਆਂ ਤੇ 13000 ਅੱਜ ਹੋ ਗਈਆਂ। ਪਿਛਲੇ 1 ਸਾਲ ਇਹਨਾਂ ਕੋਲ ਸਮਾਂ ਸੀ, ਜਦੋਂ ਬਿਮਾਰੀ ਸ਼ੁਰੂ ਹੋਈ 1 ਸਾਲ ਦੇ ਅੰਦਰ ਇੰਤਜ਼ਾਮ ਕਰ ਸਕਦੇ ਸੀ, ਪਰ ਬਿਲਕੁਲ ਉਹਨਾਂ ਨੇ ਧਿਆਨ ਨਹੀਂ ਦਿੱਤਾ। ਲੰਬੇ ਸਮੇਂ ਵਿੱਚ ਜੋ ਹੈਲਥ ਸਿਸਟਮ ਵਿਗੜਿਆ ਹੋਇਆ ਹੈ ਕਿ ਸੱਤਾ ਪ੍ਰਾਪਤੀ ਹੁੰਦੀ ਸ਼੍ਰੋਮਣੀ ਅਕਾਲੀ ਦਲ ਨੂੰ, ਤਾਂ ਉਸ ਦਿਸ਼ਾ ਕੀ ਕਦਮ
मैं एक गल करना है, इस बीमारी ने एक बहुत बड़ी सानू चीज़ सिखा दी है कि पंजाब सूबा एक ऐसा सूबा है, आप कह दें बहुत इंफ्रास्ट्रक्चर डिवेलप है, सारा कुछ बहुत बढ़िया, खेती एक नंबर है, पर एक चीज़ की कमी, हेल्थ की बड़ी कमी है। सो आने वाली सरकार की एक नंबर की प्रायोरिटी होगी जिहड़ा सरकारी हेल्थ सिस्टम है उन्होंने प्राइवेट तो भी वधिया करके देना। एंड कोई औखा नहीं, मैं तुम अज वादा करदा करके दिखावांगे, पहले 2 साल च करके दिखा सारी कांग्रेस कुर्सी की लड़ाई लड़ रही है, करोना की लड़ाई नहीं लड़ रही। सर तोमर साहब ने कहा कि किसानी नाल गल उस वक्त करांगे जो साडी शब्द के मुताबिक गल करेंगे। लास्ट सवाल बहुत जरूरी है, मैं उन्होंने बेनती करता है कोई कंडीशन नहीं रखनी चाहिए, छेती छेती उन्होंने किसान जत्थे में गल करनी चाहिए।